ਹਜ਼ੂਰੀ ਦੇ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਬੜੇ ਹੀ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦੀਵਾਨ ਦੇ ਅੰਦਰ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰ ਰਹੇ ਹਾਂ। ਸਤਿਗੁਰੂ ਜੀ ਆਪਣੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ ਨੂੰ ਪਾਉਣ ਦਾ ਰਸਤਾ ਹੈ ਨਾ, ਜਿਹੜੇ ਧਰਮ ਦੇ ਕਰਮ ਕਰਨੇ ਨੇ ਬੰਦੇ ਨੇ, ਕਰਮ ਕੀਤੇ ਹੋਏ ਉਹੀ ਸਫਲ ਨੇ ਜਿਹੜੇ ਉਸ ਪਰਮਾਤਮਾ ਤੱਕ ਸਾਨੂੰ ਪਹੁੰਚਾ ਦੇਣ, ਉਸ ਪਰਮਾਤਮਾ ਦੇ ਰਸਤੇ 'ਤੇ ਚੱਲਣ ਵੱਲ ਪ੍ਰੇਰਨਾ ਕਰਨ। ਜੇ ਉਸ ਪਰਮਾਤਮਾ ਵੱਲ ਨੂੰ ਪ੍ਰੇਰਨਾ ਨਾ ਕਰਨ, ਇਹ ਦੁਨਿਆਵੀ ਵਸਤੂਆਂ ਵੱਲ ਨੂੰ ਸਾਨੂੰ ਪ੍ਰੇਰਨ ਕਿ ਸਤਿਗੁਰੂ ਜੀ ਆਪ ਨੇ ਫਿਰ ਭਾਵੇਂ ਉਹ ਧਰਮ ਦੇ ਕਰਮ 'ਤੇ ਖਵਾਉਂਦੇ ਨੇ, ਪਰ ਉਹ ਅਸਲ ਦੇ ਵਿੱਚ ਧਰਮ ਦੇ ਕਰਮ ਹੁੰਦੇ ਨਹੀਂ। ਅਤੇ ਸਤਿਗੁਰੂ ਜੀ ਫਿਰ ਆਪਣੀ ਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਉਹ ਅਕਾਲ ਪੁਰਖ ਪਰਮਾਤਮਾ, ਜਿਸ ਰੱਬ ਨੂੰ, ਜਿਹੜੇ ਪਰਮਾਤਮਾ ਨੂੰ ਪਾਉਣ ਵਾਸਤੇ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਉਸ ਪਰਮਾਤਮਾ ਤੱਕ ਪਹੁੰਚਣਾ ਤਾਂ ਬੜਾ ਔਖਾ ਹੈ। ਮਨੁੱਖ ਬੜੇ ਯਤਨ ਕਰਦਾ ਹੈ, ਬੜੇ ਤਰੀਕੇ ਅਪਣਾਉਂਦਾ ਹੈ। ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੇ ਬੰਦੇ ਨੂੰ ਉਹ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਹੈ, ਲਗਨ ਲੱਗਦੀ ਹੈ ਕਿ ਮੈਂ ਆਪਣਾ ਜੀਵਨ ਸਫਲ ਕਰਨਾ ਹੈ, ਉਹ ਰੱਬ ਨੂੰ, ਪਰਮਾਤਮਾ ਨੂੰ ਪਾਉਣਾ ਹੈ, ਅਤੇ ਸਤਿਗੁਰੂ ਜੀ ਆਪ ਨੇ ਫਿਰ ਉਹ ਬੰਦਾ ਹਰ ਇੱਕ ਉਸ ਯਤਨ ਨੂੰ ਕਰਦਾ ਹੈ ਕਿ ਜਿਸ ਯਤਨ ਦੇ ਨਾਲ ਉਹ ਪਰਮਾਤਮਾ ਤੱਕ ਪਹੁੰਚ ਸਕੇ। ਜਿਵੇਂ ਇੱਕ ਦੁਖੀ ਬੰਦੇ ਦੀ ਹਾਲਤ ਹੁੰਦੀ ਹੈ ਨਾ, ਜਦੋਂ ਦੁੱਖ ਆਉਂਦਾ ਹੈ ਜ਼ਿੰਦਗੀ ਦੇ ਅੰਦਰ, ਬੰਦਾ ਬੜਾ ਪਰੇਸ਼ਾਨ ਹੁੰਦਾ ਹੈ, ਤੁਹਾਨੂੰ ਕੋਈ ਰੋਗ ਲੱਗ ਜਾਵੇ, ਦੁੱਖ ਲੱਗ ਜਾਵੇ, ਬੜਾ ਪਰੇਸ਼ਾਨ ਹੋ ਕੇ, ਅਤੇ ਉਸ ਵੇਲੇ ਬੰਦੇ ਨੂੰ ਉਮੀਦ ਹੁੰਦੀ ਹੈ ਕਿ ਕੋਈ ਡਾਕਟਰ ਦੇ ਕੋਲ, ਵੈਦ ਦੇ ਕੋਲ ਜਾਂਦਾ ਹੈ, ਉਹ ਜਿਹੜੀ ਦਵਾ ਆਖੇ, ਬੰਦੇ ਦੇ ਮਨ 'ਤੇ ਐਸਾ ਪੜਦਾ ਪਿਆ ਹੁੰਦਾ ਹੈ, ਇੰਨਾ ਕੁ ਦੁਖੀ ਹੁੰਦਾ ਹੈ ਕਿ ਉਹ ਹਰ ਇੱਕ ਯਤਨ ਕਰਦਾ ਹੈ ਜਿਵੇਂ ਵੈਦ ਡਾਕਟਰ ਆਖਦਾ ਹੈ। ਜੇ ਨਹੀਂ ਕਰਦਾ ਤਾਂ ਉਸਦਾ ਇਲਾਜ ਨਹੀਂ ਹੁੰਦਾ, ਪਰੇਸ਼ਾਨ ਰਹਿੰਦਾ ਹੈ, ਦੁਖੀ ਹੁੰਦਾ ਹੈ। ਅਤੇ ਇਵੇਂ ਉਸ ਵੇਲੇ ਫਿਰ ਹਰ ਇੱਕ ਯਤਨ ਕਰਨ ਦੇ ਵਾਸਤੇ ਉਹ ਤਤਪਰ ਤਿਆਰ ਰਹਿੰਦਾ ਹੈ। ਅਤੇ ਇਵੇਂ ਫਿਰ ਉਹ ਅਕਾਲ ਪੁਰਖ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਜਿਨ੍ਹਾਂ ਨੂੰ ਲੱਗਾ ਹੈ, ਦਰਸ਼ਨਾਂ ਦੀ ਪਿਆਸ ਜਿਨ੍ਹਾਂ ਨੂੰ ਲੱਗੀ ਹੈ ਨਾ, ਫਿਰ ਉਹਨਾਂ ਦੇ ਮਨ ਅੰਦਰ ਹੀ ਬਸ ਉਹ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ, ਜਿਸ ਨੂੰ ਮਨ ਵਿੱਚ ਰੱਖ ਕੇ ਉਹਨਾਂ ਨੂੰ ਵੀ ਫਿਰ ਜਿਸ ਤਰ੍ਹਾਂ ਦਾ ਕੋਈ ਯਤਨ ਮਿਲੇ, ਉਹ ਹਰ ਇੱਕ ਯਤਨ ਨੂੰ ਕਰਦੇ ਨੇ ਕਿ ਸਾਡੀ ਦਰਸ਼ਨਾਂ ਦੀ ਪਿਆਸ ਬੁਝੇ, ਕਿਤੇ ਉਹ ਪਰਮਾਤਮਾ ਦੇ ਸਾਨੂੰ ਦਰਸ਼ਨ ਹੋਣ, ਅਸੀਂ ਵੀ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰ ਸਕੀਏ। ਇਸ ਤਰ੍ਹਾਂ ਸਤਿਗੁਰੂ ਨੇ ਅੱਜ ਦੇ ਸ਼ਬਦ ਦੇ ਰਾਹੀਂ ਕੁਝ ਐਸੇ ਸਾਨੂੰ ਯਤਨ ਦੱਸੇ ਨੇ ਭਗਤ ਕਬੀਰ ਜੀ ਨੇ ਕਿ ਕਿਸ ਤਰ੍ਹਾਂ ਇਹ ਦੁਨੀਆ ਦੇ ਲੋਕ ਜਿਹੜੇ ਨੇ ਉਹ ਧਰਮ ਦੇ ਕਰਮ ਕਰਦਿਆਂ ਹੋਇਆਂ ਇੱਛਾ ਤਾਂ ਉਹਨਾਂ ਦੀ ਹੁੰਦੀ ਹੈ ਪਰਮਾਤਮਾ ਨੂੰ ਪਾਉਣ ਦੀ, ਪਰ ਉਹ ਕਿਤੇ ਹੋਰ ਹੀ ਉਲਝ ਜਾਂਦੇ ਨੇ, ਹੋਰ ਹੀ ਰਾਸਤਿਆਂ ਵਿੱਚ ਖੁੰਝ ਜਾਂਦੇ ਨੇ। ਉਹ ਕਿਵੇਂ ਹੁਣ ਭਗਤ ਕਬੀਰ ਜੀ ਅੱਜ ਦੇ ਸ਼ਬਦ ਰਾਹੀਂ ਸਮਝਾਉਂਦੇ ਨੇ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਸੁਰਤੀਆਂ ਨੂੰ ਕਰੀਏ ਇਕਾਗਰ, ਸਤਿਗੁਰੂ ਜੀ ਦੇ ਚਰਨਾਂ 'ਚ ਲਗਾਈਏ ਹਾਜ਼ਰੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਆ ਪੜ੍ਹੀਏ ਕਿਆ ਗੁਣੀਏ। ਜਿਹੜੀ ਸਤਿਗੁਰੂ ਜੀ ਨੇ ਭਗਤ ਬਾਣੀ ਉਚਾਰਨ ਕੀਤੀ ਹੈ ਨਾ, ਆਮ ਤਾਂ ਬਹੁਤੀਆਂ ਥਾਵਾਂ 'ਤੇ ਸਤਿਗੁਰੂ ਜੀ ਦੀ ਆਪਣੀ ਮਨ ਮਰਜ਼ੀ ਹੈ ਜਾਂ ਸਤਿਗੁਰੂ ਜੀ ਦੀ ਕਲਾ ਹੈ ਕਿ ਜਦੋਂ ਸ਼ਬਦ ਦੀ ਆਰੰਭਤਾ ਹੁੰਦੀ ਹੈ ਅਤੇ ਉੱਪਰ ਸਿਰਲੇਖ ਹੁੰਦਾ ਹੈ ਜਿਵੇਂ ਹਰ ਇੱਕ ਗੁਰੂ ਸਾਹਿਬਾਨ ਜੀ ਦਾ ਹੈ। ਪਰ ਭਗਤ ਬਾਣੀ ਵਿੱਚ ਇੱਕ ਆਜ਼ਾਦੀ ਵੇਖਣ ਨੂੰ ਮਿਲੀ ਹੈ ਕਿ ਜਦੋਂ ਤੇ ਬਾਣੀ ਸ਼ੁਰੂ ਹੁੰਦੀ ਹੈ ਜਿਸ ਭਗਤ ਦੀ, ਉਸ ਸ਼ਬਦਾਂ ਦੀ ਆਰੰਭਤਾ ਦੇ ਉੱਤੇ ਉਸ ਭਗਤ ਦਾ ਨਾਮ ਦਿੱਤਾ ਜਾਂਦਾ ਹੈ, ਅਤੇ ਮੁੜ ਕੇ ਜਿੰਨੀ ਦੇਰ ਤੱਕ ਉਸ ਭਗਤ ਦੇ ਸ਼ਬਦ ਚੱਲਦੇ ਨੇ ਉਹ ਸ਼ਬਦ ਦੀ ਸਮਾਪਤੀ ਹੁੰਦੀ ਹੈ ਅਤੇ ਬਿਨਾਂ ਸਿਰਲੇਖ ਤੋਂ ਅੱਗੇ ਸ਼ਬਦ ਆਰੰਭ ਹੋ ਜਾਂਦਾ ਹੈ। ਇਸ ਵਾਸਤੇ
ਇਹ ਜਿਹੜੀ ਅੱਜ ਭਗਤ ਜੀ ਨੇ ਸਾਨੂੰ ਸ਼ਬਦ ਉਚਾਰਨ ਕੀਤਾ ਹੈ, ਸਤਿਗੁਰੂ ਜੀ ਨੇ ਫਰਮਾਨ ਬਖਸ਼ਿਸ਼ ਕੀਤਾ ਹੈ, ਇਹ ਸ਼ਬਦ ਵੀ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ। ਅਤੇ ਇਹ ਵੀ ਜਿੱਥੋਂ ਮੰਗਲ ਆਉਂਦਾ ਹੈ, ਅਰੰਭਤਾ ਹੁੰਦੀ ਹੈ ਭਗਤ ਜੀ ਦੀ ਬਾਣੀ ਦੀ ਵਾਰ ਤੋਂ ਬਾਅਦ ਵਿੱਚ, ਉੱਥੇ ਭਗਤ ਜੀ ਦਾ ਨਾਮ ਦਿੱਤਾ ਹੈ ਅਤੇ ਜਾਂ ਸ਼ਬਦ ਦੇ ਅਖੀਰ 'ਤੇ ਨਾਮ ਆਉਂਦਾ ਹੈ ਪੰਕਤੀ ਦੇ ਵਿੱਚ। ਇਸ ਤਰ੍ਹਾਂ ਇਹ ਸ਼ਬਦ ਦਾ ਸਿਰਲੇਖ ਜਿਹੜਾ ਹੈ ਭਗਤ ਬਾਣੀ ਦੇ ਬੜੇ ਘੱਟ ਮਿਲਦੇ ਨੇ। ਅਤੇ ਇਸ ਤਰ੍ਹਾਂ ਭਗਤ ਕਬੀਰ ਜੀ ਹੁਣ ਸਾਨੂੰ ਦੱਸਦੇ ਨੇ ਕਿ ਕਿਸ ਤਰ੍ਹਾਂ ਜਦੋਂ ਅਸੀਂ ਭਗਤ ਕਬੀਰ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਉਹਨਾਂ ਦੇ ਜੀਵਨ 'ਤੇ ਝਾਤ ਮਾਰਦੇ ਹਾਂ ਅਤੇ ਉਹ ਪਤਾ ਲੱਗਦਾ ਹੈ ਕਿ ਉਹ ਇੱਕ ਕੱਪੜੇ ਬੁਣਨ ਦਾ ਕੰਮ ਕਰਦੇ ਸੀ ਅਤੇ ਇਸ ਤਰ੍ਹਾਂ ਬੜੀ ਨੀਵੀਂ ਜਾਤ ਵਿੱਚੋਂ ਸਨ। ਉਹਨਾਂ ਦਾ ਜੀਵਨ ਬੜਾ ਅਦਭੁਤ ਹੈ, ਬੜੇ ਗੁੰਝਲਦਾਰ ਜੀਵਨ ਹੈ, ਬੜੇ ਉਹਨਾਂ ਨੂੰ ਬਿਪਤਾ ਦੇ ਸਮੇਂ ਦੇਖਣਾ ਪਿਆ। ਬਚਪਨ ਦੇ ਵਿੱਚ ਅਸਲੀ ਮਾਤਾ ਪਿਤਾ ਗੁਜ਼ਰ ਗਏ, ਸੋ ਉਹਨਾਂ ਨੂੰ ਇਸ ਤਰ੍ਹਾਂ ਹੋਰ ਮਾਤਾ ਪਿਤਾ ਨੇ ਆਪਣੀ ਗੋਦ ਲੈ ਲਿਆ, ਪਾਲਣਾ ਪੋਸ਼ਣਾ ਕੀਤੀ। ਬੜਾ ਗਰੀਬ ਪਰਿਵਾਰ ਦੇ ਵਿੱਚੋਂ ਨਿਕਲੇ ਅਤੇ ਨੀਵੀਂ ਜਾਤ ਦੇ ਹੋਣ ਦੇ ਕਾਰਨ ਇਹਨਾਂ ਨੂੰ ਕੋਈ ਵਿਦਿਆ ਵੀ ਨਾ ਦੇਵੇ, ਕੋਈ ਇਹਨਾਂ ਨੂੰ ਆਪਣਾ ਗੁਰੂ ਨਾ ਧਾਰਨ ਕਰੇ। ਇਸ ਵਾਸਤੇ ਭਗਤ ਕਬੀਰ ਜੀ ਨੇ ਨਾ ਬੜੇ ਹੀ ਡੂੰਘਾਈ ਦੇ ਨਾਲ ਜਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ, ਫਿਰ ਬੜੇ ਹੀ ਉਹ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਹੋਈ। ਜਿਵੇਂ ਸਾਧ ਸੰਗਤ ਜੀ ਅਸੀਂ ਆਮ ਦੁਨੀਆ 'ਚ ਵਿਚਰਦੇ ਹਾਂ ਨਾ, ਦੇਖਦੇ ਹਾਂ ਕਿ ਜਿਸ ਕੰਮ ਦੇ ਵਾਸਤੇ, ਜਿਸ ਕਾਰਜ ਦੇ ਵਾਸਤੇ ਅਸੀਂ ਬੜੀ ਲਗਨ ਦੇ ਨਾਲ ਬੜੀ ਮਿਹਨਤ ਕਰਦੇ ਹਾਂ, ਬੜੀ ਮੁਸ਼ੱਕਤ ਘਾਲਦੇ ਹਾਂ ਅਤੇ ਉਹ ਕੰਮ ਵੀ ਬੜਾ ਸਿਰੇ ਚੜ੍ਹਦਾ ਹੈ। ਇਵੇਂ ਹੀ ਭਗਤ ਕਬੀਰ ਜੀ ਨੇ ਘਾਲਣਾ ਤੇ ਬੜੀ ਘਾਲੀ ਅਤੇ ਜਿੱਦਣ ਫਿਰ ਇਹਨਾਂ ਦੇ ਉੱਤੇ ਉਹ ਪਰਮਾਤਮਾ ਦੀ ਕਿਰਪਾ ਹੋਈ ਹੈ ਨਾ, ਇਹਨਾਂ ਨੂੰ ਗਿਆਨ ਹੋਇਆ, ਉਹ ਪਰਮਾਤਮਾ ਦੇ ਦਰਸ਼ਨ ਹੋਏ, ਇਹਨਾਂ ਦੇ ਮਨ ਦੇ ਅੰਦਰ ਪ੍ਰਕਾਸ਼ ਹੋਇਆ। ਫਿਰ ਇਹਨਾਂ ਦੀ ਸਭ ਤੋਂ ਵੱਧ ਭਗਤ ਸਾਹਿਬਾਨ ਜੀ ਦੇ ਵਿੱਚੋਂ ਬਾਣੀ ਭਗਤ ਕਬੀਰ ਜੀ ਦੀ ਹੈ ਅਤੇ ਬੜੀਆਂ ਇਹਨਾਂ ਨੇ ਫਿਰ ਗਿਆਨ ਭਰਪੂਰ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਦੱਸੀਆਂ ਨੇ, ਬੜਾ ਸਮਝਾਇਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਭਗਤ ਕਬੀਰ ਜੀ ਦੀ ਬਾਣੀ ਇਕੱਤਰ ਕੀਤੀ, ਆਪਸ ਵਿੱਚ ਮਿਲੇ ਵੀ ਨੇ, ਮਿਲਾਪ ਵੀ ਹੋਇਆ। ਇਸ ਤਰ੍ਹਾਂ ਭਗਤ ਕਬੀਰ ਜੀ ਨੇ ਨਾ ਹੁਣ ਸਾਨੂੰ ਦੱਸਿਆ ਕਿ ਕਿਆ ਪੜ੍ਹੀਏ, ਕਿਆ ਗੁਣੀਏ। ਗੱਲ ਕਰਦੇ ਨੇ ਧਾਰਮਿਕ ਗ੍ਰੰਥਾਂ ਦੀ, ਵੇਦਾਂ ਦੀ। ਜਿਹੜੇ ਪੰਡਿਤ ਸੀ ਨਾ ਉਸ ਸਮੇਂ ਦੇ, ਕਾਸ਼ੀ ਦੇ ਵਿੱਚ ਗੰਗਾ ਦੇ ਕਿਨਾਰੇ 'ਤੇ ਬੜੇ ਵਿਦਵਾਨ ਪੰਡਿਤ ਸੀ, ਬੜੇ ਉਹਨਾਂ ਨੇ ਗ੍ਰੰਥ ਪੜ੍ਹੇ ਹੋਏ, ਬੜਾ ਗਿਆਨ ਉਹਨਾਂ ਨੂੰ, ਬੜੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਪਰ ਉਹਨਾਂ ਦੇ ਅੰਦਰ ਪੰਡਤਾਂ ਵਾਲਾ, ਬ੍ਰਾਹਮਣਾਂ ਵਾਲਾ ਕੋਈ ਵੀ ਗੁਣ ਨਹੀਂ ਸੀ। ਵੇਖਿਆ ਜਾਵੇ ਤਾਂ ਅੱਜ ਦੇ ਸਮੇਂ ਵੀ ਸਾਨੂੰ ਬੜੇ ਐਸੇ ਮਿਲ ਪੈਣਗੇ ਜਿਨ੍ਹਾਂ ਨੇ ਸਿੱਖੀ ਸਰੂਪ ਵੀ ਧਾਰਨ ਕੀਤਾ ਹੋਵੇਗਾ, ਵੇਖਣ ਨੂੰ ਤੇ ਬੜੇ ਲੱਗਣਗੇ ਕਿ ਬੜੇ ਗੁਣੀ ਗਿਆਨੀ ਨੇ, ਬੜੇ ਇਹ ਪਹੁੰਚੀ ਹੋਏ ਨੇ, ਬੜੇ ਵੱਡੇ ਵਿਦਵਾਨ ਨੇ, ਪਰ ਸਾਧ ਸੰਗਤ ਜੀ ਅੰਦਰੋਂ ਖੋਖਲੇ ਹੁੰਦੇ ਨੇ, ਜਿਨ੍ਹਾਂ ਦੇ ਬਾਰੇ ਭਗਤ ਕਬੀਰ ਜੀ ਨੇ ਆਪਣੀ ਬਾਣੀ ਅੰਦਰ ਦੱਸਿਆ ਹੈ ਕਿ ਜਿਹੜੇ ਐਸੇ ਲੋਕ ਹੁੰਦੇ ਹੈ ਨਾ, ਉਹ ਵੇਖਣ ਨੂੰ ਤੇ ਹੰਸ ਲੱਗਦੇ ਨੇ, ਕਿਉਂਕਿ ਹੰਸ ਤੇ ਬਗਲੇ ਦਾ ਰੂਪ ਇੱਕੋ ਤਰ੍ਹਾਂ ਦਾ ਹੈ। ਪਰ ਜੇ ਪਤਾ ਕਦੋਂ ਲੱਗਦਾ ਹੈ, ਜਿਸ ਸਮੇਂ ਬਗਲਾ ਆਪਣੇ ਕਰਮ ਕਰਦਾ ਹੈ ਅਤੇ ਉਦੋਂ ਸੋਝੀ ਆਉਂਦੀ ਹੈ, ਜਦੋਂ ਡੱਡੀਆਂ ਮੱਛੀਆਂ ਖਾਂਦਾ ਹੈ ਕਿ ਭਾਈ ਇਹ ਹੰਸ ਨਹੀਂ, ਇਹ ਤਾਂ ਬਗਲਾ ਹੈ। ਹੰਸਾਂ ਹੀਰਾ ਮੋਤੀ ਚੁਗਣਾ ਅਤੇ ਜਿਹੜੇ ਬਗਲੇ ਨੇ ਉਹ ਡੱਡੀਆਂ ਮੱਛੀਆਂ ਭਾਲਣ ਜਾਂਦੇ ਨੇ, ਉਹਨਾਂ ਨੂੰ ਖਾਂਦੇ ਨੇ। ਇਸ ਤਰ੍ਹਾਂ ਭਗਤ ਜੀ ਆਖਦੇ ਨੇ ਕਿ ਜਿਹੜੇ ਪੰਡਿਤ ਸੀ ਨਾ, ਉਹ ਵੀ ਵੇਖਣ ਨੂੰ ਤੇ ਬੜੇ ਗੁਣੀ ਗਿਆਨੀ ਲੱਗਦੇ ਸੀ, ਬੜਾ ਗਿਆਨ ਸੀ ਉਹਨਾਂ ਨੂੰ, ਬੜੇ ਗ੍ਰੰਥ ਪੜ੍ਹੀ ਲਏ ਉਹਨਾਂ ਨੇ, ਪਰ ਜਿਹੜੇ ਪਰਮਾਤਮਾ ਨੂੰ ਪਾਉਣ ਵਾਸਤੇ, ਜਿਹੜੇ ਪਰਮਾਤਮਾ ਦੀ ਸੋਝੀ ਵਾਸਤੇ ਉਹਨਾਂ ਕਿਤਾਬਾਂ ਪੜ੍ਹੀਆਂ, ਗ੍ਰੰਥ ਪੜ੍ਹੇ, ਪਰ ਉਹਨਾਂ ਦੇ ਅੰਦਰ ਉਹ ਪਰਮਾਤਮਾ ਦੇ ਪ੍ਰਤੀ ਕੋਈ ਭਾਵਨਾ, ਕੋਈ ਸ਼ਰਧਾ, ਕੋਈ ਗੁਣ ਜਿਹੜਾ ਸੀ ਉਹ ਧਾਰਨ ਨਹੀਂ ਹੋ ਪਾਇਆ। ਅਤੇ ਇਸ ਵਾਸਤੇ ਭਗਤ ਜੀ ਆਖਦੇ ਨੇ ਕਿ ਐਸੇ ਲੋਕ ਜਿਹੜੇ ਬੜੀਆਂ ਕਿਤਾਬਾਂ, ਬੜੀ ਦੁਨਿਆਵੀ ਵਿਦਿਆ ਵੀ ਹਾਸਲ ਕਰ ਲੈਂਦੇ ਨੇ, ਧਰਮ ਦੀ ਵਿਦਿਆ ਵੀ ਹਾਸਲ ਕਰ ਲੈਂਦੇ ਨੇ, ਪਰ ਉਹ ਬੜਾ ਗਿਆਨ ਪੜ੍ਹ ਲੈਂਦੇ ਨੇ, ਉਹ ਗਿਆਨ ਨੂੰ ਵਿਚਾਰ ਵੀ ਲੈਂਦੇ ਨੇ, ਪੜ੍ਹੀ ਵੀ ਜਾਂਦੇ ਨੇ, ਵਿਚਾਰੀ ਵੀ ਜਾਂਦੇ ਨੇ। ਕਿਆ ਵੇਦ ਪੁਰਾਣਾ ਸੁਣੀਏ, ਅਤੇ ਆਖਦੇ ਕਿ ਵੇਦਾਂ ਦਾ ਅਤੇ ਪੁਰਾਣਾਂ ਦਾ ਪਾਠ ਵੀ ਸੁਣਦੇ ਨੇ। ਵੇਦ ਜਿਨ੍ਹਾਂ ਦੇ ਵਿੱਚ ਬ੍ਰਹਮਾ ਨੇ ਉਚਾਰਨ ਕੀਤੇ ਨੇ, ਅਤੇ ਉਹਦੇ ਵਿੱਚ ਇਹ ਸ੍ਰਿਸ਼ਟੀ ਰਚਨਾ ਕਿਵੇਂ ਹੋਈ, ਕਿਵੇਂ ਮਨੁੱਖ ਪੈਦਾ ਹੋਏ, ਕਿਵੇਂ ਇਹ ਜੀਵ ਬਣੇ, ਕਿਵੇਂ ਉਹ ਪਰਮਾਤਮਾ ਦੀ ਸਾਰੀ ਕਲਾ ਵਰਤੀ, ਉਹਦਾ ਸਾਰਾ ਗਿਆਨ ਦਿੱਤਾ ਹੈ। ਪਰ ਉਹ ਗੱਲਾਂ 'ਤੇ ਪੜ੍ਹੀ ਜਾਂਦੇ ਨੇ, ਜਿਵੇਂ ਸਤਿਗੁਰੂ ਜੀ ਬਾਣੀ ਅੰਦਰ ਆਖਦੇ ਨੇ, ਗੱਲੀਂ ਅਸੀਂ ਚੰਗੀਆਂ
ਆ ਚਾਰੀ ਬੁਰੀਆਂ ਗੱਲਾਂ ਵਾਸਤੇ ਤੇ ਅਸੀਂ ਬੜੇ ਚੰਗੇ ਹਾਂ, ਪਰ ਜਦੋਂ ਆਚਰਨ ਦੀ ਗੱਲ ਆਉਂਦੀ ਹੈ, ਉਹਨਾਂ ਗੱਲਾਂ ਨੂੰ ਮੰਨਣ ਦੀ ਗੱਲ ਆਉਂਦੀ ਹੈ, ਉਸ ਸਮੇਂ ਜਿਹੜਾ ਹੈ ਉਹ ਸਤਿਗੁਰੂ ਜੀ ਯਾਦ ਨੇ ਫਿਰ ਕੋਈ ਖਰਾ ਉਤਰਦਾ ਹੈ। ਇਸ ਤਰ੍ਹਾਂ ਇਹ ਜਿਹੜੇ ਉਸ ਸਮੇਂ ਪੰਡਿਤ ਸੀ, ਬਾਹਮਣ ਸੀ, ਉਹਨਾਂ ਨੇ ਵੀ ਉਸ ਵੇਲੇ ਬੜੇ ਵੇਦਾਂ ਨੂੰ ਸੁਣਦੇ ਨੇ, ਪੁਰਾਣਾਂ ਦਾ ਪਾਠ ਵੀ ਕਰਦੇ ਨੇ, ਪਰ ਉਹਨਾਂ ਦੀ ਹਾਲਤ ਕੈਸੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਤੇ ਭਗਤ ਜੀ ਆਖਦੇ ਨੇ ਆਪਣੀ ਬਾਣੀ ਅੰਦਰ ਕਿ ਕਬੀਰ ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹੀਏ ਗਿਆਨ। ਹੁਣ ਗਿਆਨ ਕੋਈ ਸਿੱਖਿਆ ਪੜ੍ਹਨੀ ਕਾਹਦੇ ਵਾਸਤੇ ਹੈ ਕਿ ਸਾਨੂੰ ਸੋਝੀ ਆਵੇ, ਸਾਨੂੰ ਸਮਝ ਆਵੇ, ਪਰ ਜਿਹੜਾ ਗਿਆਨ ਪੜ੍ਹਿਆ, ਜਿਹੜੀ ਵਿਦਿਆ ਪ੍ਰਾਪਤ ਕੀਤਿਆਂ ਸਾਨੂੰ ਕੋਈ ਸਮਝ ਨਾ ਆਵੇ, ਕੋਈ ਸਿੱਖਿਆ ਨਾ ਪ੍ਰਾਪਤ ਕਰੀਏ, ਇਕੱਲਾ ਪੜ੍ਹ ਕੇ ਛੱਡ ਦਈਏ, ਉਹਨੂੰ ਵਿਚਾਰ ਕੇ ਛੱਡ ਦਈਏ, ਤੇ ਉਹ ਕਿਸੇ ਕੰਮ ਦੀ ਨਹੀਂ। ਇਸ ਤਰ੍ਹਾਂ ਭਗਤ ਜੀ ਆਖਦੇ ਨੇ ਕਿ ਇਹ ਪੰਡਿਤ, ਇਹ ਬਾਹਮਣ ਜਿਨ੍ਹਾਂ ਨੇ ਬੜਾ ਗਿਆਨ ਪ੍ਰਾਪਤ ਕਰ ਲਿਆ ਹੈ, ਬੜੇ ਵੇਦ ਗ੍ਰੰਥਾਂ ਦਾ ਰੋਜ਼ ਪਾਠ ਕਰੀ ਜਾਂਦੇ ਨੇ, ਉਹਨਾਂ ਨੂੰ ਯਾਦ ਵੀ ਕਰੀ ਜਾਂਦੇ ਨੇ, ਕੰਠ ਵੀ ਕਰੀ ਜਾਂਦੇ ਨੇ, ਪਰ ਆਪਣੇ ਜੀਵਨ ਦੇ ਅੰਦਰ ਧਾਰਨ ਨਹੀਂ ਕਰਦੇ। ਉਹਦਾ ਪਤਾ ਕਿਤੋਂ ਲੱਗਦਾ ਹੈ ਕਿ ਇਹਨਾਂ ਦੇ ਕੋਲ ਜਿਹੜਾ ਇਹ ਗਿਆਨ ਤੇ ਇਹਨਾਂ ਨੇ ਬੜਾ ਪੜ੍ਹ ਲਿਆ, ਪਰ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਜੋ ਸਹਿਜ ਨਾ ਮਿਲਿਓ ਸੋਈ। ਭਗਤ ਜੀ ਆਖਦੇ ਨੇ ਜੇ ਬੰਦੇ ਦੇ ਅੰਦਰ ਸਹਿਜ ਹੀ ਨਾ ਆਇਆ, ਜੇ ਬੰਦਾ ਫੇਰ ਵੀ ਚੋਰੀਆਂ ਠੱਗੀਆਂ ਕਰੀ ਜਾਂਦਾ ਹੈ, ਧਰਮ ਦਾ ਲਿਬਾਸ ਪਹਿਨ ਕੇ ਧਰਮੀ ਬਣ ਕੇ ਉਸ ਵੇਲੇ ਐਸੇ ਕਰਮ ਕਰੀ ਜਾਂਦਾ ਹੈ, ਬੇਈਮਾਨੀਆਂ ਵੀ ਕਰੀ ਜਾਂਦਾ ਹੈ, ਠੱਗੀਆਂ ਠੋਰੀਆਂ ਵੀ ਕਰੀ ਜਾਂਦਾ ਹੈ, ਝੂਠ ਵੀ ਬੋਲੀ ਜਾਂਦਾ ਹੈ, ਪਾਪ ਵੀ ਕਮਾਈ ਜਾਂਦਾ ਹੈ, ਫਿਰ ਐਸਾ ਗਿਆਨ ਪੜ੍ਹੇ ਦਾ ਕੀ ਫਾਇਦਾ? ਕਿਉਂਕਿ ਇਹ ਜਿਹੜਾ ਗਿਆਨ ਹੈ ਉਸਨੇ ਸਾਨੂੰ ਜੀਵਨ ਜਿਉਣ ਦੀ ਸੋਝੀ ਦੇਣੀ ਹੈ ਕਿ ਬੰਦੇ ਦਾ ਜੀਵਨ ਕੈਸਾ ਹੋਵੇ, ਤੇ ਚੰਗਾ ਜੀਵਨ ਜਿਸ ਦਾ ਹੋਵੇਗਾ, ਚੰਗਾ ਆਚਰਨ ਹੋਵੇਗਾ, ਉਸੇ ਦੇ ਉੱਤੇ ਹੀ ਫਿਰ ਸਤਿਗੁਰੂ ਜੀ ਆਖਦੇ ਨੇ ਫਿਰ ਕਿਰਪਾ ਹੁੰਦੀ ਹੈ, ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਕਿਉਂਕਿ ਉਹ ਕਾਲਪੁਰਖ ਪਰਮਾਤਮਾ ਨੇ ਸੱਚੇ ਮਨ ਦੇ ਵਿੱਚ, ਪਵਿੱਤਰ ਮਨ ਦੇ ਅੰਦਰ ਵਾਸਾ ਕਰਨਾ। ਜਿਹੜੇ ਮਨ ਦੇ ਅੰਦਰ ਐਸੇ ਵਿਚਾਰ ਨੇ ਜਿਹੜੇ ਨਿਕਲੇ ਨਹੀਂ ਗਿਆਨ ਪ੍ਰਾਪਤ ਕਰਕੇ, ਵਿਸ਼ੇ ਵਿਕਾਰਾਂ ਦੇ ਨਾਲ ਜਿਹੜਾ ਮਨ ਭਰਿਆ ਹੋਇਆ ਹੈ, ਕਾਮ ਵੀ ਚੜਿਆ ਹੋਇਆ, ਕ੍ਰੋਧ ਵੀ ਕਰੀ ਜਾਂਦਾ ਹੈ, ਹੰਕਾਰੀ ਵੀ ਹੋਈ ਜਾਂਦਾ ਹੈ, ਐਸੇ ਮਨ ਦੇ ਵਿੱਚ ਫਿਰ ਉਹ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ। ਇਸ ਤਰ੍ਹਾਂ ਭਗਤ ਜੀ ਆਖਦੇ ਨੇ ਕਿ ਪੜ੍ਹੇ ਸੁਣੇ ਦਾ ਫਾਇਦਾ ਕੀ ਹੈ ਜੇ ਸਾਡੇ ਅੰਦਰ ਸਹਿਜ ਹੀ ਨਹੀਂ ਆਇਆ, ਸਾਨੂੰ ਗਿਆਨ ਹੀ ਨਹੀਂ ਮਿਲਿਆ, ਅਸੀਂ ਉਸ ਪੜ੍ਹੀਆਂ ਹੋਈਆਂ ਸੁਣੀਆਂ ਹੋਈਆਂ ਸਿੱਖਿਆਵਾਂ ਨੂੰ ਧਾਰਨ ਨਹੀਂ ਕੀਤਾ। ਇਹ ਗੱਲ ਸਾਧ ਸੰਗਤ ਜੀ ਨਾ ਪੰਡਤਾਂ 'ਤੇ ਨਹੀਂ ਲਾਗੂ ਹੁੰਦੀ, ਇਹ ਸਾਡੇ ਵੀ ਸਾਰਿਆਂ ਦੇ ਉੱਤੇ ਲਾਗੂ ਹੁੰਦੀ ਹੈ ਕਿ ਅਸੀਂ ਗੁਰੂ ਘਰੇ ਆਉਂਦੇ ਹਾਂ, ਕਿਸ ਵਾਸਤੇ ਆਉਂਦੇ ਹਾਂ ਕਿ ਸਾਨੂੰ ਜੀਵਨ ਜੀਣ ਦੀ ਸੋਝੀ ਆ ਜਾਵੇ, ਜਿਹੜੇ ਪਵਿੱਤਰ ਜੀਵਨ ਦੇ ਨਾਲ ਅਸੀਂ ਉਹ ਪਰਮਾਤਮਾ ਦੇ ਦਰਸ਼ਨ ਕਰ ਲਈਏ। ਜਿਵੇਂ ਸਾਧ ਸੰਗਤ ਜੀ ਇੱਕ ਗੁਰਮੁਖ ਦੱਸਦੇ ਨੇ ਕਿ ਜਿਹੜਾ ਸ਼ੇਰਨੀ ਦਾ ਦੁੱਧ ਹੁੰਦਾ ਹੈ ਨਾ, ਸਭ ਤੋਂ ਵੱਧ ਪਵਿੱਤਰ ਤੇ ਅਮੋਲਕ ਦੁੱਧ ਮੰਨਿਆ ਜਾਂਦਾ ਹੈ, ਤੇ ਉਹ ਦੁੱਧ ਜਿਹੜਾ ਹੈ ਉਹ ਆਖਦੇ ਨੇ ਕਿ ਕੇਵਲ ਤੇ ਕੇਵਲ ਸੋਨੇ ਦੇ ਭਾਂਡੇ ਦੇ ਅੰਦਰ ਟਿਕਦਾ ਹੈ। ਜੇ ਉਹ ਹੋਰ ਕਿਸੇ ਬਰਤਨ ਦੇ ਵਿੱਚ ਪਾਓ ਤੇ ਉਹ ਖਰਾਬ ਹੋ ਜਾਂਦਾ ਹੈ। ਕਈ ਤੇ ਇੱਥੋਂ ਤੱਕ ਵੀ ਆਖਦੇ ਨੇ ਕਿ ਉਹ ਭਾਂਡਾ ਹੀ ਜਿਹੜਾ ਹੈ ਗਲ ਸੜ ਜਾਂਦਾ ਹੈ। ਜੇ ਸੋਨੇ ਦੇ ਵਿੱਚ ਪਾਇਆ ਜਾਵੇਗਾ ਤੇ ਉਹ ਦੁੱਧ ਫੇਰ ਸਹੀ ਰਹੇਗਾ। ਇਸੇ ਤਰ੍ਹਾਂ ਉਹ ਪਰਮਾਤਮਾ ਨੇ ਜਿਹੜੇ ਮਨ ਦੇ ਅੰਦਰ ਆਉਣਾ ਹੈ ਨਾ, ਉਹ ਵੀ ਐਸਾ ਹੈ ਕਿ ਜਿਹੜਾ ਮਨ ਬੜਾ ਪਵਿੱਤਰ ਹੋਵੇ, ਜਿਸ ਬੰਦੇ ਦਾ ਜੀਵਨ ਬੜਾ ਪਵਿੱਤਰ ਹੋਵੇ, ਉਸ ਪਵਿੱਤਰ ਜੀਵਨ ਵਾਲੇ ਨੂੰ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਅਸੀਂ ਰੋਜ਼ ਹਰ ਰੋਜ਼ ਸਤਿਗੁਰੂ ਨੇ ਸਾਨੂੰ ਸਤ ਸੰਗਤ ਕਰਨ ਵਾਸਤੇ ਆਖਿਆ ਹੈ ਕਿ ਗੁਰੂ ਘਰੇ ਜਾਓ, ਸਤ ਸੰਗਤ ਕਰੋ, ਤਾਂ ਕਿ ਸਾਨੂੰ ਸਤ ਸੰਗਤ ਦੇ ਵਿੱਚ ਮਿਲ ਕੇ ਆਪਣਾ ਪਵਿੱਤਰ ਜੀਵਨ ਬਣਾਉਣ ਦੀ ਸੋਝੀ ਆ ਜਾਵੇ। ਸਤਿਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਪੜ੍ਹ ਕੇ ਆਪਣੇ ਜੀਵਨ ਅੰਦਰ ਧਾਰਨ ਕਰੀਏ, ਤੇ ਫਿਰ ਹੀ ਸਾਡਾ ਇਹ ਸਤ ਸੰਗਤ ਕੀਤੀ ਹੋਈ ਸਫਲ ਹੋਵੇਗੀ। ਤੇ ਸਤਿਗੁਰੂ ਜੀ ਤੇ ਇੱਥੋਂ ਤੱਕ ਆਖਦੇ ਨੇ ਕਿ ਜਿੱਦਣ ਸਾਡਾ ਹਿਰਦਾ ਪਵਿੱਤਰ ਹੋ ਗਿਆ ਨਾ, ਜਿੱਦਣ ਉਹ ਪਰਮਾਤਮਾ ਦੀ ਸਾਡੇ ਉੱਤੇ ਕਿਰਪਾ ਹੋ ਗਈ, ਸਾਡਾ ਜੀਵਨ, ਸਾਨੂੰ ਜੀਵਨ ਜਿਉਣ ਦੀ ਜਾਚ ਆ ਗਈ, ਤੇ ਸਤਿਗੁਰੂ ਜੀ ਆਖਦੇ ਨੇ ਹਿਰਦੈ ਨਾਮ ਧਿਆਵਿਓ, ਘਰ ਬੈਠੇ ਗੁਰੂ ਧਿਆਇਓ। ਫਿਰ ਜਿੱਦਣ ਸਾਡੇ ਹਿਰਦੇ ਤੇ ਨਾਮ ਵਸ ਗਿਆ, ਫਿਰ ਭਾਵੇਂ ਅਸੀਂ ਘਰੇ ਬੈਠੀ ਉਹ ਪਰਮਾਤਮਾ ਨੂੰ ਧਿਆਉਂਦੇ ਰਹੀਏ, ਉਹ ਪਰਮਾਤਮਾ ਦਾ ਸਿਮਰਨ ਕਰਦੇ ਰਹੀਏ। ਪਰ ਇਹ ਕਸਵੱਟੀ ਬੜੀ ਔਖੀ ਹੈ, ਕਿਉਂਕਿ ਅਸੀਂ ਗੁਰੂ ਘਰੇ ਆਉਂਦੇ ਹਾਂ,
ਗੁਰੂ ਘਰ ਤੋਂ ਜਾਣ ਤੋਂ ਬਾਅਦ ਮਾਇਆ ਇੰਨੀ ਕੁ ਪ੍ਰਬਲ ਹੈ ਕਿ ਫਿਰ ਸਾਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੀ ਹੈ। ਇਸ ਵਾਸਤੇ ਹਰ ਰੋਜ਼ ਸਾਨੂੰ ਵਾਰ-ਵਾਰ ਗੁਰੂ ਘਰੇ ਆਉਣਾ ਪੈਂਦਾ ਹੈ, ਆਣ ਕੇ ਹਾਜ਼ਰੀ ਭਰਨੀ ਪੈਂਦੀ ਹੈ। ਫਿਰ ਉਸ ਮਾਇਆ ਨੂੰ, ਵਿਸ਼ਿਆਂ ਵਿਕਾਰਾਂ ਨੂੰ ਗੁਰੂ ਦੀ ਬਾਣੀ ਦੇ ਨਾਲ, ਸੇਵਾ ਸਿਮਰਨ ਦੇ ਨਾਲ ਕੱਟਣਾ ਪੈਂਦਾ ਹੈ। ਇਸ ਵਾਸਤੇ ਸਤਿਗੁਰੂ ਜੀ ਅੱਜ ਦੇ ਇਸ ਫਰਮਾਨ ਰਾਹੀਂ ਸਾਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਕਿ ਜਿਵੇਂ ਉਹ ਪੰਡਤਾਂ ਦੀ ਹਾਲਤ ਸੀ ਨਾ, ਕਿਤੇ ਅੱਜ ਦੇ ਸਿੱਖਾਂ ਦੀ ਵੀ ਐਸੀ ਹਾਲਤ ਨਾ ਹੋ ਜੇ ਕਿ ਰੋਜ਼ ਗੁਰੂ ਘਰੇ ਵੀ ਆਉਂਦੇ ਰਹਿਣ, ਬਾਣੀ ਪੜ੍ਹੀ ਜਾਣ, ਸੁਣੀ ਜਾਣ, ਪਰ ਉਸ ਨੂੰ ਆਪਣੇ ਜੀਵਨ ਅੰਦਰ ਧਾਰਨ ਨਾ ਕਰਨ, ਗੁਰੂ ਦੀ ਇੱਕ ਵੀ ਨਾ ਮੰਨਣ। ਤੇ ਸਤਿਗੁਰੂ ਜੀ ਆਦਮੀ ਜਿਹੜਾ ਗੁਰੂ ਦੀ ਮੰਨਦਾ ਨਹੀਂ ਨਾ, ਆਪਦੀ ਮਨ ਮਰਜ਼ੀ ਕਰਦਾ ਹੈ, ਤੇ ਸਤਿਗੁਰੂ ਜੀ ਆਦਮੀ ਫਿਰ ਉਹ ਵਿਛੜ ਕੇ ਉਹ ਪਰਮਾਤਮਾ ਤੋਂ ਭੁੱਲਿਆ ਹੋਇਆ ਚੋਟਾਂ ਖਾਂਦਾ ਹੈ, ਜ਼ਿੰਦਗੀ ਦੇ ਅੰਦਰ ਦੁਖੀ ਹੁੰਦਾ ਹੈ, ਜਿਹੜਾ ਆਪਦੇ ਭਾਣੇ ਦੇ ਅੰਦਰ ਚੱਲਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਬਖਸ਼ੀ ਕਰਦੇ ਨੇ। ਭਗਤ ਜੀ ਅੱਗੇ ਸਮਝਾਉਂਦੇ ਨੇ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੀ ਬਾਰੰਬਾਰਾ। ਤੇ ਭਗਤ ਜੀ ਆਖਦੇ ਨੇ ਕਿ ਇਸ ਤਰ੍ਹਾਂ ਵਾਰ-ਵਾਰ ਬੰਦਾ ਸੋਚਦਾ ਤੇ ਰਹਿੰਦਾ ਹੈ ਕਿ ਮੈਂ ਚੰਗਾ ਕਰਮ ਕਰਾਂ, ਮੈਂ ਬਾਣੀ ਸਿੱਖਾਂ, ਬਾਣੀ ਨੂੰ ਪੜ੍ਹਾਂ, ਸਿਮਰਨ ਕਰਾਂ, ਸੇਵਾ ਕਰਾਂ, ਪੁੰਨ ਦਾਨ ਕਰਾਂ, ਕੋਈ ਚੰਗਾ ਕਰਮ ਕਰਾਂ, ਪਰ ਵਾਰ-ਵਾਰ ਸੋਚੀ ਤੇ ਜਾਂਦਾ ਹੈ। ਪਰ ਭਗਤ ਜੀ ਆਖਦੇ ਨੇ ਉਹ ਪਰਮਾਤਮਾ ਦੀ ਮੰਨਦਾ ਨਹੀਂ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਦਾ ਨਹੀਂ। ਉਹ ਹਰੀ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹ ਇਹ ਗਵਾਰ, ਇਹ ਬੇਸਮਝ ਜਿਹੜਾ ਬੰਦਾ ਹੈ ਇਹ ਮੰਨਦਾ ਨਹੀਂ। ਆਪਦੀ ਮਨ ਮਰਜ਼ੀ ਦੇ ਨਾਲ ਇਹ ਦੁਨਿਆਵੀ ਕੰਮ ਕਾਰ ਤੇ ਕਰੀ ਜਾਂਦਾ ਹੈ, ਪਰ ਉਹ ਪਰਮਾਤਮਾ ਦਾ ਨਾਮ ਜਿਹੜਾ ਹੈ ਉਸ ਨੂੰ ਧਿਆਉਂਦਾ ਨਹੀਂ, ਜਪਦਾ ਨਹੀਂ। ਇਸ ਤਰ੍ਹਾਂ ਭਗਤ ਜੀ ਆਖਦੇ ਨੇ, ਅੰਧਿਆਰੇ ਦੀਪਕ ਚਹੀਐ, ਇੱਕ ਬਸਤ ਅਗੋਚਰ ਲਹੀਐ। ਤੇ ਹੁਣ ਭਗਤ ਜੀ ਆਖਦੇ ਨੇ ਅਸੀਂ ਇਹ ਗ੍ਰੰਥ ਇਹ ਪੜ੍ਹਨੇ ਕਿਸ ਵਾਸਤੇ ਨੇ, ਇਹ ਗ੍ਰੰਥਾਂ ਨੂੰ ਸੁਣਨਾ ਕਿਸ ਵਾਸਤੇ ਹੈ, ਇਸ ਗਿਆਨ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ। ਭਗਤ ਜੀ ਆਖਦੇ ਨੇ, ਜਿਸ ਤਰੀਕੇ ਦੇ ਨਾਲ ਹਨੇਰੇ ਨੂੰ ਇੱਕ ਦੀਵਾ ਕੱਟਦਾ ਹੈ ਨਾ, ਇਹ ਗ੍ਰੰਥ, ਇਹ ਗਿਆਨ ਦੀਆਂ ਗੱਲਾਂ ਇੱਕ ਦੀਵੇ ਦੇ ਰੂਪੀ ਨੇ, ਜਿਹੜੀਆਂ ਸਾਡੇ ਮਨ ਦੇ ਵਿੱਚ ਅਗਿਆਨਤਾ ਦਾ ਹਨੇਰਾ, ਜਿਹੜਾ ਬੇਸਮਝੀ ਦੇ ਵਿੱਚ ਅਸੀਂ ਇਹ ਝੂਠੀ ਦੁਨੀਆ ਨੂੰ ਸੱਚ ਸਮਝ ਬੈਠਦੇ ਹਾਂ, ਫਿਰ ਬੇਈਮਾਨੀਆਂ ਕਰਦੇ ਹਾਂ, ਚੋਰੀਆਂ ਕਰਦੇ ਹਾਂ, ਠੱਗੀਆਂ ਕਰਦੇ ਹਾਂ, ਪਾਪ ਕਮਾਉਂਦੇ ਹਾਂ। ਤੇ ਭਗਤ ਜੀ ਆਖਦੇ ਨੇ ਕਿ ਇਹ ਜਦੋਂ ਅਸੀਂ ਇਹ ਵੇਦਾਂ ਨੂੰ, ਗ੍ਰੰਥਾਂ ਨੂੰ, ਇਹ ਬਾਣੀ ਨੂੰ ਸੁਣਦੇ ਹਾਂ ਨਾ, ਪੜ੍ਹਦੇ ਹਾਂ, ਤੇ ਫਿਰ ਸਾਨੂੰ ਪ੍ਰਾਪਤ ਕੀ ਹੁੰਦਾ ਹੈ? ਅੰਧਿਆਰੇ ਦੀਪਕ ਚਾਹੀਏ। ਫਿਰ ਸਾਡੇ ਅਗਿਆਨਤਾ ਰੂਪੀ ਜਿਹੜਾ ਮਨ ਅੰਦਰ ਹਨੇਰਾ ਸੀ ਨਾ, ਉੱਥੇ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਸਾਨੂੰ ਸਮਝ ਆਉਂਦੀ ਹੈ। ਮਨ ਅੰਦਰ ਕਈ ਵਾਰ ਵਿਚਾਰ ਆਉਂਦੀ ਹੈ ਕਿ ਜਦੋਂ ਪਰਮਾਤਮਾ ਦਾ ਗਿਆਨ ਹੁੰਦਾ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ, ਪ੍ਰਕਾਸ਼ ਕਿਵੇਂ ਹੁੰਦਾ ਹੈ। ਤੇ ਗੁਰਮੁਖ ਦੱਸਦੇ ਨੇ, ਪਿਛਲੇ ਇਤਿਹਾਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਗਿਆਨ ਹੈ ਨਾ, ਉਹ ਪਰਮਾਤਮਾ ਦਾ ਪ੍ਰਕਾਸ਼ ਹੁੰਦਾ ਹੈ। ਜਿਵੇਂ ਅੱਜ ਵੀ ਹੁਣ ਭਗਤ ਜੀ ਆਖਦੇ ਨੇ ਕਿ ਹਨੇਰੇ ਦੇ ਜਦੋਂ ਸਾਨੂੰ ਸੋਝੀ ਮਿਲਦੀ ਹੈ, ਉਹ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਉਹ ਕਿਸ ਤਰ੍ਹਾਂ ਹੁੰਦਾ ਹੈ? ਉਹ 3 ਤਰੀਕਿਆਂ ਦੇ ਨਾਲ ਆਮ ਤੌਰ 'ਤੇ ਹੁੰਦਾ ਹੈ, ਜਿਨ੍ਹਾਂ ਨੂੰ ਅਰਬੀ ਭਾਸ਼ਾ ਦੇ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਹੈ। ਸਭ ਤੋਂ ਪਹਿਲਾਂ ਤੇ ਹੁੰਦਾ ਹੈ ਰੂਆ। ਰੂਆ ਨਾਮ ਹੈ ਚਾਨਣ ਦਾ, ਪ੍ਰਕਾਸ਼ ਦਾ। ਇਹ ਜਿਹੜੀ ਅਵਸਥਾ ਹੁੰਦੀ ਹੈ ਨਾ, ਇਸ ਅਵਸਥਾ ਦੇ ਅੰਦਰ ਬੰਦੇ ਨੂੰ ਗਿਆਨ, ਜਿਹੜਾ ਪ੍ਰਕਾਸ਼ ਹੈ, ਉਹ ਮਨ ਦੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਸੋਝੀ ਆਉਂਦੀ ਹੈ। ਜਿਵੇਂ ਇਹ ਸਤਿਗੁਰੂ ਜੀ ਨੂੰ ਬਾਣੀ ਜਿਹੜੀ ਹੈ ਨਾ, ਇਹ ਪਰਮਾਤਮਾ ਨੇ ਬਖਸ਼ ਕੀਤੀ ਹੈ, ਇਹ ਰੂਆ ਅਵਸਥਾ ਰਾਹੀਂ ਆਈ ਹੈ। ਸਰੀਰ ਬੇਸ਼ੱਕ ਭਾਵੇਂ ਸਾਡੇ ਵਰਗਾ ਹੈ, ਸਾਨੂੰ ਕੁਝ ਵੀ ਚੀਜ਼ ਜਿਹੜੀ ਹੈ, ਕੋਈ ਗਿਆਨ ਹੈ, ਉਹ ਸਿੱਖਣਾ ਪੈਂਦਾ ਹੈ। ਪਰ ਅਸੀਂ 10 ਪਾਤਸ਼ਾਹੀਆਂ ਦਾ ਜੀਵਨ ਵੇਖ ਲਈਏ, ਕਿਸੇ ਵੀ ਸਤਿਗੁਰੂ ਜੀ ਨੇ ਕੋਈ ਰਾਗ ਵਿਦਿਆ ਨਹੀਂ ਪ੍ਰਾਪਤ ਕੀਤੀ, ਕੋਈ ਕਵਿਤਾ ਦਾ ਪਿੰਗਲ ਨਹੀਂ ਸਿੱਖਿਆ ਕਿ ਇਹ ਕਵਿਤਾ ਕਿਵੇਂ ਬਣਾਉਣੀ ਹੈ, ਇਹ ਗਿਆਨ ਦੀਆਂ ਗੱਲਾਂ, ਕੋਈ ਚੰਗਾ ਜੀਵਨ ਕਿਵੇਂ ਜਿਉਣਾ ਹੈ। ਇਹ ਉਹਨਾਂ ਉੱਤੇ ਉਹ ਪਰਮਾਤਮਾ ਦੀ, ਅਕਾਲ ਪੁਰਖ ਪਰਮਾਤਮਾ ਦੀ ਬਖਸ਼ੀ ਹੋਈ ਹੈ। ਜਿਵੇਂ ਸੰਤ ਮਹਾਤਮਾ, ਕੋਈ ਕਵੀ ਹੈ, ਕਵਿਤਾ ਦੀ ਰਚਨਾ ਕਰਦਾ ਹੈ, ਉਹਦੇ ਮਨ ਦੇ ਅੰਦਰ ਵਿਚਾਰ ਆਉਂਦੇ ਨੇ, ਉਹ ਪਰਮਾਤਮਾ ਉਸ ਨੂੰ ਪ੍ਰਕਾਸ਼ ਕਰਦਾ ਹੈ। ਉਹ ਰੂਆ ਅਵਸਥਾ ਦੇ ਰਾਹੀਂ ਫਿਰ ਉਸ ਬੰਦੇ ਦੇ ਮਨ ਅੰਦਰ ਉਹ ਵਿਚਾਰ ਆਉਂਦੇ ਨੇ ਤੇ ਉਹਨਾਂ ਨੂੰ ਫਿਰ ਉਹ ਬਿਆਨ ਕਰਦਾ ਹੈ। ਤੇ ਦੂਸਰੀ ਅਵਸਥਾ ਹੈ ਵਹੀ। ਵਹੀ ਕੀ ਹੁੰਦਾ ਹੈ? ਇਸ ਵਿੱਚ ਬੰਦਾ ਸੌਂਦਾ ਹੈ, ਸੁੱਤਿਆਂ ਹੋਇਆਂ ਜਾਂ ਉਸਦੇ ਵਿੱਚ ਬੈਠਿਆਂ ਹੋਇਆਂ ਉਹਦੇ ਮਨ ਦੇ ਅੰਦਰ ਕੋਈ ਨਾ ਕੋਈ ਵਿਚਾਰ ਆਉਂਦੀ ਹੈ।
ਕੋਈ ਨਾ ਕੋਈ ਉਸਦੇ ਮਨ ਦੇ ਅੰਦਰ ਕੋਈ ਨਾ ਕੋਈ ਸੁਪਨਾ ਆਉਂਦਾ ਹੈ, ਸੁਪਨੇ ਦੇ ਰਾਹੀਂ ਫਿਰ ਉਸ ਨੂੰ ਸਿੱਖਿਆ ਮਿਲਦੀ ਹੈ। ਜਿਵੇਂ ਅਸੀਂ ਵੀ ਕਈ ਵਾਰ ਵੇਖਦੇ ਹਾਂ, ਜਿਹੜੇ ਸਿਮਰਨ ਅਭਿਆਸੀ ਹੁੰਦੇ ਹੈ ਨਾ, ਤੇ ਰਾਤ ਦੇ ਸਮੇਂ ਕਈਆਂ ਦੇ ਨਾਲ ਐਸਾ ਹੁੰਦਾ ਹੈ ਕਿ ਸੁਪਨੇ ਦੇ ਵਿੱਚ ਰਾਤ ਨੂੰ ਬੰਦੇ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸ ਨੂੰ ਅਕਾਲ ਪੁਰਖ ਪਰਮਾਤਮਾ ਕੁਝ ਕਹਿ ਰਹੇ ਨੇ, ਕੋਈ ਆਪਦੀ ਜ਼ਿੰਦਗੀ ਦੇ ਅੰਦਰ ਕੋਈ ਸੋਝੀ ਦੇ ਰਹੇ ਨੇ, ਤੇ ਬੰਦਾ ਫਿਰ ਉਸ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਤੇ ਤੀਜਾ ਅਵਸਥਾ ਹੁੰਦੀ ਹੈ ਵਹੀਏ ਮਤਲਬ। ਇਹ ਜਿਹੜੀ ਅਵਸਥਾ ਹੁੰਦੀ ਹੈ, ਇਸ ਵਿੱਚ ਕੀ ਹੁੰਦਾ ਹੈ ਕਿ ਉਹ ਪਰਮਾਤਮਾ ਨਾ, ਜਿਹੜਾ ਅਕਾਲ ਪੁਰਖ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਸਾਖਸ਼ਾਤ ਦਰਸ਼ਨ ਦਿੰਦਾ ਹੈ ਤੇ ਸਿੱਖਿਆ ਦਿੰਦਾ ਹੈ। ਉਹ ਕਿਸੇ ਵੀ ਢੰਗ ਨਾਲ ਹੋ ਸਕਦਾ ਹੈ, ਭਾਵੇਂ ਕੋਈ ਭਿਖਾਰੀ ਆਣ ਕੇ ਸਾਨੂੰ ਕੋਈ ਦੇ ਸਕਦਾ ਹੈ, ਕਿਉਂਕਿ ਉਹ ਪਰਮਾਤਮਾ ਦਾ ਰੂਪ ਕਿਸੇ ਢੰਗ ਨਾਲ ਵੀ ਹੋ ਸਕਦਾ ਹੈ। ਅਸੀਂ ਰਾਸਤੇ ਤੁਰੇ ਜਾਂਦਿਆਂ ਕੋਈ ਸਾਨੂੰ ਸਿੱਖਿਆ ਦੇ ਦਿੰਦਾ ਹੈ। ਬੜੀ ਵਾਰ ਸਾਧ ਸੰਗਤ ਜੀ ਸੰਗਤਾਂ ਮਿਲਦੀਆਂ ਨੇ, ਤੇ ਦਰਬਾਰ ਸਾਹਿਬ ਦੀ ਧਰਤੀ ਉੱਤੇ ਇੱਕ ਐਸੀ ਪਾਵਨ ਪਵਿੱਤਰ ਧਰਤੀ ਹੈ, ਸਿੱਖਾਂ ਦਾ ਕੇਂਦਰੀ ਸਥਾਨ ਹੈ ਨਾ, ਉਸ ਧਰਤੀ ਦੇ ਉੱਤੇ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਸ ਨੂੰ ਆਣ ਕੇ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਣ ਕੇ ਕੋਈ ਸਿੱਖਿਆ ਦੇ ਜਾਣ। ਬੜੇ ਐਸੇ ਮਿਲੇ ਨੇ ਕਿ ਜਿਨ੍ਹਾਂ ਨੂੰ ਆਣ ਕੇ ਕੋਈ ਨਾ ਕੋਈ ਇਸੇ ਤਰ੍ਹਾਂ ਅਣਜਾਣ ਆਣ ਕੇ ਮਿਲਦਾ ਹੈ, ਮਿਲ ਕੇ ਕੁਝ ਉਹਨਾਂ ਨੂੰ ਆਖ ਜਾਂਦਾ ਹੈ, ਕੋਈ ਸਿੱਖਿਆ ਦਿੰਦਾ ਹੈ, ਤੇ ਜਿਹੜੇ ਉਹ ਸਿੱਖਿਆ ਨੂੰ ਮੰਨ ਲੈਂਦੇ ਹੈ ਨਾ, ਉਹ ਅੱਜ ਵੀ ਜਿਉਂਦੇ ਜੀ ਇਸ ਦੀ ਉਦਾਹਰਨ ਨੇ, ਦੱਸਦੇ ਨੇ ਕਿ ਸਾਡਾ ਉਸ ਦਿਨ ਤੋਂ ਜੀਵਨ ਬਦਲ ਗਿਆ ਹੈ। ਇਸ ਤਰ੍ਹਾਂ ਜਿਹੜੀ ਤੀਜੀ ਅਵਸਥਾ ਹੈ ਨਾ, ਉਹ ਪਰਮਾਤਮਾ ਕਿਸੇ ਨਾ ਕਿਸੇ ਸੰਤ ਮਹਾਤਮਾ ਦੀ ਰੂਪ ਦੇ ਵਿੱਚ, ਜਾਂ ਕਿਸੇ ਨਾ ਕਿਸੇ ਸਾਡੇ ਸਾਧ ਸੰਬੰਧੀ ਦੇ ਰੂਪ ਦੇ ਵਿੱਚ, ਕਿਸੇ ਨਾ ਕਿਸੇ ਢੰਗ ਦੇ ਨਾਲ ਆਪ ਸਾਖਸ਼ਾਤ ਹੋ ਕੇ ਸਾਨੂੰ ਸਿੱਖਿਆ ਦਿੰਦਾ ਹੈ। ਇਸ ਤਰ੍ਹਾਂ ਜਿਹੜੇ ਇਹ ਧਾਰਮਿਕ ਗ੍ਰੰਥ ਨੇ, ਜਿਨ੍ਹਾਂ ਨੂੰ ਸਤਿਗੁਰੂ ਨੇ ਬੜੀ ਮਹਾਨਤਾ ਵੀ ਦਿੱਤੀ ਹੈ, ਜਿਨ੍ਹਾਂ ਦੇ ਬਾਰੇ ਸਤਿਗੁਰੂ ਜੀ ਆਖਦੇ ਨੇ ਕਿ ਇਹਨਾਂ 'ਚ ਬੜੀਆਂ ਚੰਗੀਆਂ ਗੱਲਾਂ ਲਿਖੀਆਂ ਗਈਆਂ ਨੇ। ਇਸ ਤਰ੍ਹਾਂ ਜਿਹੜੀ ਇਹ ਆਪਣੇ ਕੁਰਾਨ ਸ਼ਰੀਫ ਹੈ, ਇਸਲਾਮ ਧਰਮ ਦਾ ਗ੍ਰੰਥ, ਉਹਦੇ ਵਿੱਚ ਵੀ ਉਹ ਪਰਮਾਤਮਾ ਦੇ ਬਾਰੇ ਗਿਆਨ ਦਿੱਤਾ ਗਿਆ ਹੈ। ਤੇ ਜਦੋਂ ਅਸੀਂ ਉਹਦੀਆਂ ਸਿੱਖਿਆਵਾਂ ਪੜ੍ਹਦੇ ਹਾਂ ਜਾਂ ਆਪਣੀਆਂ ਸਿੱਖਿਆਵਾਂ ਪੜ੍ਹਦੇ ਹਾਂ ਨਾ, ਇਹ ਸਿੱਖਿਆਵਾਂ ਤਾਂ ਬੜੀਆਂ ਮਿਲਦੀਆਂ ਨੇ, ਪਰ ਜਿਹੜਾ ਧਰਮ ਦਾ ਰਸਤਾ ਹੈ ਉਹ ਅਲੱਗ-ਅਲੱਗ ਹੈ, ਸਿੱਖਿਆਵਾਂ ਇੱਕੋ ਜਿਹੀਆਂ ਹੀ ਨੇ। ਇਸ ਤਰ੍ਹਾਂ ਜਦੋਂ ਮੁਹੰਮਦ ਸਾਹਿਬ ਨੂੰ ਉਹ ਕੁਰਾਨ ਉਤਰਦੀ ਹੈ ਨਾ, ਤੇ ਉਹਨਾਂ ਨੂੰ ਇੱਕ ਪਹਾੜ ਦੀ ਚੋਟੀ ਦੇ ਵਿੱਚ ਇੱਕ ਗੁਫਾ ਹੈ, ਉੱਥੇ ਇੱਕ ਫਰਿਸ਼ਤਾ ਆਉਂਦਾ ਹੈ, ਉਹ ਆਣ ਕੇ ਉਹਨਾਂ ਨੂੰ ਸਾਰੀਆਂ ਗੱਲਾਂ ਦੱਸਦਾ ਹੈ, ਤੇ ਉਹ ਮੁਹੰਮਦ ਸਾਹਿਬ ਜੀ ਉਹਨਾਂ ਨੂੰ ਯਾਦ ਕਰਦੇ ਨੇ। ਉਹਨਾਂ ਨੂੰ ਇਹ ਫਿਰ ਤੀਜੀ ਜਿਹੜੀ ਅਵਸਥਾ ਹੈ ਨਾ, ਵਹੀ ਮਤਲਬ, ਉਸ ਦੇ ਰਾਹੀਂ ਉਹਨਾਂ ਨੂੰ ਗਿਆਨ ਉਤਰਦਾ ਹੈ, ਪ੍ਰਕਾਸ਼ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਇਹ ਸਤਿਗੁਰੂ ਜੀ ਸਾਡੇ ਮਨ ਅੰਦਰ ਇਹ ਬਾਣੀ ਪੜ੍ਹੀ ਸਿਮਰਨ ਕੀਤੀ ਹੋਈ ਦਾ ਜਿਹੜਾ ਸਾਡੇ ਅੰਦਰ ਪ੍ਰਕਾਸ਼ ਹੁੰਦਾ ਹੈ ਨਾ, ਇਹ ਤਕਰੀਬਨ ਇਹਨਾਂ ਤਿੰਨਾਂ ਤਰੀਕਿਆਂ ਦੇ ਰਾਹੀਂ ਹਰ ਇੱਕ ਧਰਮੀ ਬੰਦੇ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਭਗਤ ਜੀ ਆਖਦੇ ਨੇ ਕਿ ਜਦੋਂ ਫਿਰ ਅਸੀਂ ਉਹ ਪਰਮਾਤਮਾ ਦਾ ਨਾਮ ਜਪਦੇ ਹਾਂ ਨਾ, ਸਿਮਰਨ ਕਰਦੇ ਹਾਂ, ਸੇਵਾ ਕਰਦੇ ਹਾਂ, ਫਿਰ ਸਾਡੇ ਅਗਿਆਨਤਾ ਰੂਪੀ ਮਨ ਦੇ ਅੰਦਰ ਦੀਵੇ ਵਰਗਾ ਫਿਰ ਐਸਾ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਇੱਕ ਬਸਤ ਅਗੋਚਰ ਲਹੀਐ, ਤੇ ਫਿਰ ਅਸੀਂ ਇੱਕ ਬੜੀ ਅਮੋਲਕ ਵਸਤੂ ਜਿਹੜੀ ਹੈ ਨਾ, ਉਹਦੀ ਸਾਨੂੰ ਪ੍ਰਾਪਤੀ ਹੁੰਦੀ ਹੈ, ਉਹ ਲੈ ਲੈਂਦੇ ਆ। ਉਹ ਵਸਤ ਕਿਹੜੀ ਹੁੰਦੀ ਹੈ? ਉਹ ਗਿਆਨ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ, ਉਸ ਨੂੰ ਆਨੰਦ ਕਿਹਾ ਜਾਂਦਾ ਹੈ, ਰਸ ਕਿਹਾ ਜਾਂਦਾ ਹੈ। ਅਗੋਚਰ ਕਿਉਂ ਕਿਹਾ ਹੈ? ਇਹ ਅਗੋਚਰ ਜਿਹੜਾ ਲਫ਼ਜ਼ ਹੈ ਨਾ, ਇਹ ਅਸੀਂ ਆਪਣੀ ਜ਼ਿੰਦਗੀ ਅੰਦਰ ਬੜਾ ਘੱਟ ਵਰਤਦੇ ਹਾਂ। ਕਿਉਂ ਵਰਤਦੇ ਹਾਂ? ਕਿਉਂਕਿ ਇਹ ਸ਼ਬਦ ਜਿਹੜਾ ਬੜਾ ਅਮੋਲਕ ਹੈ, ਜਿਵੇਂ ਇਹ ਆਨੰਦ ਹੈ ਨਾ, ਰਸ ਹੈ ਜਾਂ ਗਿਆਨ ਹੈ, ਪ੍ਰਕਾਸ਼ ਹੈ, ਇਹ ਜਿਹੜੇ ਬੰਦੇ ਨੂੰ ਪ੍ਰਾਪਤ ਹੋਇਆ ਹੈ ਨਾ, ਇਹ ਉਹ ਬੰਦਾ ਹੀ ਜਾਣ ਸਕਦਾ ਹੈ ਕਿ ਉਹ ਆਨੰਦ, ਉਹ ਰਸ ਦਾ ਸਵਾਦ ਕਿੱਦਾਂ ਦਾ ਹੈ, ਉਹ ਮਹਿਸੂਸ ਕਿਵੇਂ ਦਾ ਹੁੰਦਾ ਹੈ। ਜੇ ਕੋਈ ਦੱਸਣਾ ਚਾਹਵੇ ਤੇ ਉਹ ਦੱਸ ਨਹੀਂ ਸਕਦਾ ਕਿ ਉਹ ਰਸ ਕਿੱਦਾਂ ਦਾ, ਕੋਈ ਉਦਾਹਰਨ ਨਹੀਂ ਮਿਲਦੀ। ਕਿਵੇਂ ਦਾ ਦੱਸੇ ਕਿ ਆਨੰਦ ਮੈਨੂੰ ਪ੍ਰਾਪਤ ਤੇ ਹੋਇਆ, ਪਰ ਕਿਵੇਂ ਦਾ ਹੋਇਆ, ਪਰ ਉਹਦੇ ਕੋਲ ਕੋਈ ਲਫ਼ਜ਼ ਨਹੀਂ ਹੈ, ਕੋਈ ਬਿਆਨ ਕਰਨ ਵਾਸਤੇ ਕੋਈ ਉਦਾਹਰਨ ਨਹੀਂ ਹੈ। ਇਸ ਵਾਸਤੇ ਭਗਤ ਜੀ ਆਖਦੇ ਨੇ ਕਿ ਜਦੋਂ ਫਿਰ ਸਾਡੇ ਮਨ ਅੰਦਰ ਪ੍ਰਕਾਸ਼ ਹੁੰਦਾ ਹੈ ਨਾ, ਫਿਰ ਐਸਾ ਆਨੰਦ, ਐਸਾ ਰਸ, ਐਸਾ ਪ੍ਰਕਾਸ਼ ਹੁੰਦਾ ਹੈ ਕਿ ਜਿਹੜਾ ਉਹ ਬੰਦਾ ਕੋਈ ਬਿਆਨ ਨਹੀਂ ਕਰ ਸਕਦਾ, ਜਿਸ ਦੀ ਬੰਦੇ ਨੂੰ ਫਿਰ ਪ੍ਰਾਪਤੀ ਹੁੰਦੀ ਹੈ। ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ। ਤੇ ਭਗਤ ਜੀ ਆਪ ਨੇ ਫਿਰ ਜਿੱਦਣ ਉਹ ਆਨੰਦ ਰਸ
बड़ी अमोलक वस्तु जिहड़ी असीं वो पा लईए ना अपने मन अंदर, जिदन सानूं रस आ गया, आनंद आ गया, तो उस दिन फिर साडी भी ऐसी अवस्था बन जाएगी घट दीपक। फिर जिहड़ा ज्ञान का प्रकाश है ना, दीपक तो भाव है जिहड़ा प्रकाश हो जाना, ज्ञान हो जाना, मन के अंदर चानन हो जाना, बंदे ने सोझी आ जानी, ज्ञान आ जाना। तो भगत जी आखदे ने फिर वो घट साडी हिरदे के अंदर, मन के अंदर फिर वो समा जाता है, वो प्रकाश जिहड़ा है फिर हो जाता है। कह कबीर अब जानिया, जब जानिया तो मन मानिया। तो भगत जी आखदे ने इस तरह फिर असीं वेदां नूं, ग्रंथां नूं पढ़ के सोझी ते असीं ये लैनी सी कि कर्म किहड़े कर्मां नूं करन दे नाल, किहड़े चंगे जीवन नूं अपनाउण दे नाल वो परमात्मा की प्राप्ति हुंदी है, ज्ञान प्राप्त हुंदा है। भगत जी आदमी जदों फिर असीं ये बाणी सुनी, पढ़ी, ये ग्रंथ पढ़े सुने, फिर सानूं ये जिहड़ा है असीं जान लिया, फिर सानूं ये पता लग गया जब जानिया तो मन मानिया। जदों ही असीं जान लिया तो फिर मन भी मन गया, तो जिसका मन मन गया ना फिर उसकी कैसी अवस्था हो जाती है, मन माने लोग ना भतीजै। तो भगत जी आखदे जिदन मन मन गया ना, वो परमात्मा की भगती सेवा सिमरन वास्ते इकागर हो गया। दुनियावी धन दौलत, विषय विकार, दुनियावी सुख सहूलतां वो सारियां पिछे छड्ड दित्तियां ते मन अगे लंघ गया। तो भगत जी आखदे ने फिर मन तो मन जाता है, तो पर जिहड़े लोग है ना, जिहड़े वो परमात्मा नूं सेवा सिमरन भजन बंदगी करन वाले, वो कदे भी फिर भतीजदे नहीं, फिर कदे भी उन्हां दे अंदर जिहड़ी है ना वो परमात्मा की सेवा सिमरन करदिआं वो अकदे नहीं। आपां ते रज जाते हैं ना, कोई भोजन छक लईए, कोई काम कर लईए, आखिर नूं अक जाते हैं, रज जाईदा है। पर सतगुरु भगत जी आखदे ने कि जिदन मन मन गया ना, फिर भावें जिन्ना मर्जी समा बंदा सेवा करी जावे, सिमरन करी जावे, फिर जिहड़ा ना वो पतीजदा नहीं, रजदा नहीं। वो मन अंदर होर इच्छा आउंदी है कि अजे होर आनंद लै लईए, होर बाणी पढ़ीए, होर सिमरन करिए, होर सेवा करिए। तो इस तरह भगत जी आखदे ने ना भतीजै तो क्या कीजै। तो भगत जी आखदे ने फिर इस तरह जिहड़े नहीं भतीजदे है ना, तो फिर उन्हां वास्ते फिर कुछ भी होर जिहड़ा है वो कोई यतन नहीं है, क्योंकि उन्हां दी जिहड़ी अवस्था ही इन्नी उच्ची पहुँच चुकी है कि वो हुण जिहड़ा है वो परमात्मा दा सिमरन करदे ने। आखां जीवां विसरै मर जाऊं, उन्हां दी अवस्था ये बन जाती है। उन्हां नूं इउं महसूस हुंदा है कि अज मैं सिमरन कीता है, अज सेवा कीती है, अज मैं नितनेम कीता है, तो शरीर अंदर ताकत है, इउं लगदा है कि अज मैं जिउंदा है। तो जिदन सिमरन ना होवे, गुरु घरे ना हाज़री भरी जावे, बाणी ना पढ़ी जावे, तो इउं तन नूं महसूस हुंदा है कि अज जिवें शरीर के अंदर प्राण ही नहीं। इस तरह भगत जी आखदे ने फिर इस तरह अवस्था बनती है, जिहड़े इन्हां वेदां ग्रंथां नूं बाण नूं पढ़ के जिहड़े मनदे ने उन्हां दी ये हालत हुंदी है, ये अवस्था बनती है। आपां भी सतगुर जी अगे अरदास बेनती करिए कि पातशाह जी असीं भी तुहाडे दर ते आउंदे हां, हर रोज़ तुसीं किरपा करदे हो, सानूं उद्यम बख्शिश करदे हो, बल बख्शिश करदे हो, हाज़री भरदे हैं। असीं भी सतगुर जी तुहाडी बाणी नूं पढ़दे हां, सुणदे हां। पातशाह आप ही तुसीं किरपा करियो, असीं भी किते उन्हां पंडितां दी तरह अधूरे ना रह जाइए, साडे उत्ते भी किरपा कर दिओ, सानूं भी इन्ना क बल बख्शिश करियो तां कि असीं तुहाडी पढ़ी सुनी गुरबाणी जिहड़ी है इस नूं मन के अपने जीवन अंदर धारण करके अपना जीवन जिहड़ा है इस नूं सफल कर सकीए। ये आपां अरदास करिए। नानक नाम चढ़दी कला तेरे भाणे सरबत